एक पासे गुरुद्वारा प्रबंधक कमेटी के प्रधान की चोण हो रही है तो दूजे पासे सोशल मीडिया ते गुरुद्वारा प्रबंधक कमेटी के एक मैंबर सुरजीत सिंह पिटेवट और बीजेपी आगू प्रोफैसर सुचान की जी आडियो लगातार वायरल हो रही है तो प्रधान धामी वालों कढ़ रहे इल्जाम जोड़े आ प्रोफैसर सुचान उन्होंने लाए गए हैं। प्रोफैसर चांद साडे नाल ने। प्रोफैसर साहब, आडियो का की मसला वायरल हो रही है तो गुरुद्वारा प्रबंधक कमेटी वालों सवाल भी चुके जा रहे हैं। वाहिगुरू जी का खालसा वाहिगुरू जी की फतेह। ਵੀਰ ਜੀ ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਆਰਡਰ ਵਾਇਰਲ ਹੋ ਰਹੀ ਹੈ ਉਹ ਕਹਿਣ ਨੂੰ ਤੇ ਕਿ ਮੈਂ ਫੋਨ ਕੀਤਾ ਪਰ ਮੇਰੇ ਵੱਲੋਂ ਕੋਈ ਫੋਨ ਨਹੀਂ ਕੀਤਾ ਗਿਆ। ਤੁਸੀਂ ਦੁਬਾਰਾ ਆਡੀਓ ਨੂੰ ਸੁਣੋਗੇ ਤੇ ਪਤਾ ਲੱਗੇਗਾ ਕਿ ਉਹ ਖੁਦ ਸੁਰਜੀਤ ਸਿੰਘ ਪਿਟੇਵਟ ਮੈਨੂੰ ਫੋਨ ਕਰਕੇ ਆਪਣੀ ਜਿਹੜੀ ਆ ਉਹ ਲੋਚਾ ਮਨਸ਼ਾ ਦੱਸ ਰਹੇ ਨੇ ਕਿ ਮੈਨੂੰ ਆਪਣੇ ਲੀਡਰਾਂ ਨਾਲ ਮਿਲਾਓ ਤੇ ਮੈਂ ਕਿਹਾ ਕਿ ਹਾਂ ਤੁਹਾਨੂੰ ਮਿਲਾ ਦਾਂਗਾ। ਦੂਜੀ ਗੱਲ ਜੀ ਇੰਨੀਆਂ ਸਾਡੇ ਕੋਲ ਵੋਟਾਂ ਹੈਗਾ ਕੀ ਆ, ਮੈਂ ਕੋਈ ਗੱਲ ਬਾਅਦ ਦੀ ਗੱਲ ਹੈ, ਇਹ ਗੱਲਾਂ ਛੱਡੋ। ਪਰ ਸਾਰਾ ਹੀ ਉਹਨਾਂ ਨੇ ਮੈਨੂੰ ਟਰੈਪ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹਾਸਲ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ। ਗੁਰੂ ਮਹਾਰਾਜ ਕੀ ਮੰਗ ਕੀ ਕੀਤੀ ਤੁਹਾਡੇ ਕੋਲ ਫੋਨ ਤੇ ਉਹਨਾਂ ਨੇ? ਤੁਸੀਂ ਸੁਣ ਹੀ ਲਿਆ ਜੋ ਕੁਝ ਹੈ। ਨਹੀਂ ਉਹ ਵਿਕਾਊ ਆਪਣੇ ਆਪ ਨੂੰ ਸ਼ੋਅ ਕਰਦੇ ਕਿ ਅਸੀਂ ਵਿਕਾਊ ਹੈ ਜੀ। ਅਸੀਂ ਮੈਂ ਕਹਿ ਨਹੀਂ, ਠੀਕ ਹੈ ਨਾ। ਜੇ ਤੁਸੀਂ ਲੀਡਰਾਂ ਨਾਲ ਮਿਲਣਾ ਚਾਹੁੰਦੇ ਹੋ, ਲੀਡਰਾਂ ਨਾਲ ਅਸੀਂ ਵੇਖੋ ਹਜ਼ਾਰਾਂ ਸੈਂਕੜੇ ਲੋਕਾਂ ਨੂੰ ਅਸੀਂ ਮਿਲਾਈਦਾ ਤੇ ਜੇ ਕੋਈ ਖੁਆਇਸ਼ ਕਰਕੇ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਮਿਲਾਉਣ ਵਾਸਤੇ ਤਿਆਰ ਹਾਂ। ਉਹ ਅਸਲ ਦੇ ਵਿੱਚ ਉਹਦੇ ਮਨ 'ਚ ਇਹੋ ਹੀ ਹੋਣਾ ਕਿ ਚਲੋ ਸਰਜੰਸ ਨੂੰ ਆਪਾਂ ਕਹਾਂਗੇ ਸ਼ਾਇਦ ਸਰਜੰਸ ਸਾਡੇ ਬੰਦੇ ਖਰੀਦ ਲੈਣ, ਪਰ ਮੈਂ ਇਹੋ ਜਿਹੀ ਤਾਂ ਉਹਨਾਂ ਨੂੰ ਕੋਈ ਦਿੱਤਾ ਹੀ ਨਹੀਂ ਕਿ ਜਾਂ ਮੇਰੇ ਕੋਲ ਪੈਸਾ ਹੈ ਜਾਂ ਖਰੀਦ ਲਾਂ ਕੀ ਹੈ ਕੀ ਨਹੀਂ। ਇਹ ਗੱਲ ਹੈ, ਹੋਰ ਕੋਈ ਗੱਲ ਨਹੀਂ। ਤਾਂ ਹੁਣ ਧਾਮੀ ਸਾਹਿਬ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਨੇ, ਹੋਰ ਵੀ ਜਿਹੜੇ ਆਗੂ ਨੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਕਿ ਬੀਜੇਪੀ ਜੀ ਆ ਕਿਤੇ ਨਾ ਕਿਤੇ ਸਾਡੇ ਵਿੱਚ ਇੰਟਰਫੇਲ ਕਰ ਰਹੀ ਆ। ਵੇਖੋ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਬੀਜੇਪੀ ਦਾ ਕੋਈ ਲੈਣ ਦੇਣ ਨਹੀਂ ਆ। ਜੇ ਕੋਈ ਗੁਰਸਿੱਖ ਆਪਣੇ ਤੌਰ ਤੇ ਹੀ ਕਿਸੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਜਾਂ ਉਹਨਾਂ ਮੈਂਬਰਾਂ ਨੂੰ ਕੋਈ ਬੇਨਤੀ ਅਪੀਲ ਕਰਦਾ ਹੈ, ਉਹ ਉਹਨਾਂ ਦਾ ਆਪਣਾ ਨਿੱਜੀ ਮਸਲਾ ਹੈ। ਕਿਉਂਕਿ ਹਰ ਗੁਰਸਿੱਖ ਨੂੰ ਇਹ ਹੱਕ ਆ ਕਿ ਆਪਣੀ ਗੁਰਧਾਮਾਂ ਦੀ ਸੇਵਾ ਸੰਭਾਲ ਨੂੰ ਸਹੀ ਹੱਥਾਂ ਦੇ ਵਿੱਚ ਜਾਣ ਦੇਣ ਵਾਸਤੇ ਕੋਈ ਨਾ ਕੋਈ ਆਪਣੇ ਜਿਹੜੇ ਐਫਰਟ ਜਿਹੜੇ ਲੜਾਵੇ। ਤੁਸੀਂ ਅਕਾਲੀ ਦਲ ਦਾ ਵੀ ਹਿੱਸਾ ਰਹੇ ਹੋ। ਅੱਜ ਧਾਮੀ ਸਾਹਿਬ ਇੱਕ ਪਾਸੇ ਚੋਣ ਲੜ ਰਹੇ ਨੇ, ਦੂਜੇ ਪਾਸੇ ਬੀਬੀ ਜਗੀਰ ਕੌਰ ਲੜ ਰਹੀ ਆ। ਬੀਬੀ ਜਗੀਰ ਕੌਰ ਦੇ ਵੀ ਠੱਪਾ ਲੱਗ ਰਿਹਾ ਕਿ ਬੀਜੇਪੀ ਜਾਂ ਆਮ ਆਦਮੀ ਪਾਰਟੀ ਦੇ ਸਿਰ ਤੇ ਕੰਮ ਕਰ ਰਹੇ ਆ। ਕਿੰਨੀ ਕੁ ਸੱਚਾਈ ਲੱਗਦੀ ਤੁਹਾਨੂੰ? ਵੇਖੋ ਇਹਦੇ ਬਾਰੇ ਤਾਂ ਬੀਬੀ ਜਗੀਰ ਕੌਰ ਨੂੰ ਵੀ ਪੁੱਛੋ, ਮੈਂ ਕੁਝ ਕਹਿ ਨਹੀਂ ਸਕਦਾ। ਪਰ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਇਹ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਕਮੇਟੀ ਚੋਣਾਂ 'ਚ ਔਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੀ ਛੱਡੋ, ਕਿਸੇ ਵੀ ਧਾਰਮਿਕ ਚੋਣ ਨਾਲ ਬੀਜੇਪੀ ਦਾ ਕੋਈ ਸਬੰਧ ਕੋਈ ਲੈਣ ਦੇਣ ਨਹੀਂ ਆ। ਤਾਂ ਲਾਲਪੁਰਾ ਸਾਹਿਬ ਦੇ ਨਾਲ ਕੀ ਗੱਲਬਾਤ ਸੀ? ਲਾਲਪੁਰਾ ਸਾਹਿਬ ਨੂੰ ਮਿਲ ਕੇ ਕੀ ਕਰਨਾ ਚਾਹੁੰਦੇ ਸੀ? ਭਈ ਮੈਨੂੰ ਨਹੀਂ ਪਤਾ, ਉਹ ਤਾਂ ਉਹੀ ਦੱਸ ਸਕਦੇ ਨੇ ਕਿ ਕਾਹਦੇ ਵਾਸਤੇ ਮਿਲਣਾ ਚਾਹੁੰਦੇ ਸੀ। ਮੈਨੂੰ ਤਾਂ ਇਹ ਜੇ ਕੋਈ ਮਿਲਣਾ ਚਾਹੁੰਦੇ ਸਾਡੇ ਲੀਡਰਸ਼ਿਪ ਨੂੰ ਤੇ ਅਸੀਂ ਤੇ ਤਿਆਰ ਹਾਂ ਮਿਲਾਉਣ ਵਾਸਤੇ। ਤੇ ਆਡੀਓ ਤੁਹਾਡੇ ਵੱਲੋਂ ਵਾਇਰਲ ਕੀਤੀ ਗਈ ਸੀ ਜਾਂ ਸੁਰਜੀਤ ਸਿੰਘ ਪਿੱਟੇਵਟ ਵੱਲੋਂ ਆਡੀਓ ਵਾਇਰਲ ਕੀਤੀ ਗਈ? ਨਹੀਂ, ਸੁਰਜੀਤ ਸਿੰਘ ਪਿੱਟੇਵਟ ਅਸਲ 'ਚ ਮੇਰੇ ਬਹੁਤ ਪੁਰਾਣੇ ਮਿੱਤਰਾਂ ਦੇ ਵਿੱਚੋਂ ਹੈ। ਕਿਉਂਕਿ ਜਦੋਂ ਮੈਂ ਫੈਡਰੇਸ਼ਨ 'ਚ ਹੋਇਆ ਕਰਦਾ ਸਾਂ ਉਦੋਂ ਉਹ ਯੂਥ ਅਕਾਲੀ ਦਲ ਦੇ ਵਿੱਚ ਕਾਰਜਸ਼ੀਲ ਸਨ ਔਰ ਯਾਨੀ ਕਿ ਮੇਰਾ ਉਹਨਾਂ ਨਾਲ ਸੰਬੰਧ ਜਿਹੜੇ ਪਿਛਲੇ 30-32 ਸਾਲਾਂ ਤੋਂ ਆ, ਸੱਜਣ ਤਾਈਆਂ ਨੇ। ਪਰ ਵੇਖੋ ਸੱਜਣਾਂ ਦੇ ਨਾਲ ਕਈ ਤਰ੍ਹਾਂ ਦੀ ਗੱਲਬਾਤ ਕਰ ਲਈਦੀ, ਕਈ ਵਿਚਾਰਾਂ ਸਾਂਝੀਆਂ ਕਰ ਲੈਂਦੀਆਂ, ਕਈ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਅਸੀਂ ਰੋਜ਼ਾਨਾ ਹੀ। ਤੇ ਉਸ ਆਡੀਓ ਨੂੰ ਉਹਨਾਂ ਨੇ ਆਪ ਗੱਲ ਕਰਕੇ ਆਪ ਟ੍ਰੈਪ 'ਚ ਫਸਾਉਣ ਵਾਸਤੇ ਉਹਨਾਂ ਨੇ ਮੈਨੂੰ ਇਹ ਕਾਲ ਕੀਤੀ ਕਿ ਆਪਣੇ ਵੱਲੋਂ ਹੀ ਔਰ ਆਪਣੇ ਵੱਲੋਂ ਹੀ ਆਫਰ ਕੀਤਾ ਗਿਆ, ਨਾ ਕਿ ਮੇਰੇ ਵੱਲੋਂ ਕੋਈ ਗੱਲ ਹੋਈ। ਜਿਵੇਂ ਪਹਿਲਾਂ ਗੱਲ ਕੀਤੀ ਵੀ ਤੁਸੀਂ ਅਕਾਲੀ ਦਲ ਦਾ ਹਿੱਸਾ ਵੀ ਰਹੇ ਹੋ ਤੇ ਬੀਬੀ ਜਗੀਰ ਕੌਰ ਪਹਿਲਾਂ ਵੀ ਪ੍ਰਧਾਨ ਰਹੇ ਨੇ, ਅਕਾਲੀ ਦਲ ਦੇ ਥੰਮ ਮੰਨੇ ਜਾਂਦੇ ਸੀ, ਪਰ ਅੱਜ ਕੱਲ੍ਹ ਅਕਾਲੀ ਦਲ ਦੇ ਖਿਲਾਫ ਹੋ ਕੇ ਚੋਣਾਂ ਲੜ ਰਹੇ ਨੇ। ਮੈਂ ਬੀਬੀ ਜਗੀਰ ਕੌਰ ਦਾ ਇਸ ਕਰਕੇ ਹਮਾਇਤ ਕਰਨੀ ਚਾਹਾਂਗਾ ਕਿ ਪਿਛਲੇ ਸਮੇਂ ਦੌਰਾਨ ਜਿੰਨੇ ਬੀਬੀ ਜੀ ਦੇ ਕਾਰਜਕਾਲ ਸੀ, ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ ਉਹਨਾਂ ਨੇ ਸਾਰਾ ਕੰਮ ਕੀਤਾ। ਕਈ ਇਹੋ ਜਿਹੇ ਕੰਮ ਵੀ ਉਹਨਾਂ ਨੂੰ ਕਰਨੇ ਪਏ ਹੋਣਗੇ ਜਿਹੜੇ ਉਹ ਨਹੀਂ ਸੀ ਚਾਹੁੰਦੇ। ਪਰ ਮੈਂ ਸਮਝਦਾ ਹਾਂ ਕਿ ਪਿਛਲੇ ਸਮੇਂ ਦੌਰਾਨ ਜੋ ਕੁਝ ਪੰਥ ਦੇ ਨਾਲ ਵਾਪਰਿਆ ਹੈ ਉਹ ਸਾਰਾ ਦਾ ਸਾਰਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੀਆਂ ਜਿਹੜੀਆਂ ਆਪ ਹੁਦਰੀਆਂ ਨੇ, ਉਹਨਾਂ ਨੇ ਖਾਲਸਾ ਪੰਥ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ, ਸ਼੍ਰੋਮਣੀ ਕਮੇਟੀ ਨੂੰ ਇੱਥੋਂ ਤੱਕ ਨਮੋਸ਼ੀਜਨਕ ਸਥਿਤੀ ਤੱਕ ਲਿਆ ਦਿੱਤਾ। ਕਿਉਂਕਿ ਤੁਹਾਨੂੰ ਪਤਾ ਹੀ ਆ ਕਿਵੇਂ ਸੌਦਾ ਸਾਹਿਬ ਨੂੰ ਮਾਫੀ ਦੇਣ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਔਰ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਦੁਰਵਰਤੋਂ ਉਹਨਾਂ ਨੇ ਕੀਤੀ ਹੈ। ਆਪਣੇ ਕੋਲ ਤਲਬ ਕਰਕੇ ਉਹਨਾਂ ਨੂੰ ਮਾਫੀ ਦੇਣ ਵਾਸਤੇ ਕੋਸ਼ਿਸ਼ਾਂ ਜਿਹੜੀਆਂ ਹੋਈਆਂ ਨੇ। ਮੈਂ ਸਮਝਦਾ ਉਸ ਤੋਂ ਬਾਅਦ ਜੋ ਕੁਝ ਹੋਇਆ ਬੇਅਦਬੀਆਂ ਦੂਜੀ ਤੀਜੀ ਸਭ ਉਹ ਇੱਕ ਕੜੀ ਦਾ ਹਿੱਸਾ। ਕੋਈ ਵੀ ਜਿੱਤੇ ਕੋਈ ਵੀ ਹਾਰੇ, ਪਰ ਮੈਂ ਬੀਬੀ ਜਗੀਰ ਕੌਰ ਨੂੰ ਇਸ ਗੱਲ ਕਰਕੇ ਉਹਨਾਂ ਨੂੰ ਵਧਾਈ ਦੇਣੀ ਚਾਹਾਂਗਾ। ਉਹਨਾਂ ਨੇ ਲਿਫਾਫਾ ਕਲਚਰ ਨੂੰ ਖਤਮ ਕਰਕੇ ਪੋਲਿੰਗ ਨੂੰ ਜਿਹੜੀ ਉਹ ਯਕੀਨੀ ਬਣਾ ਲਿਆ। ਉਹਨਾਂ ਨੂੰ ਬਿਆਨ ਦਿੱਤਾ ਗਿਆ ਮੈਂ ਖੁਦ ਵੀ ਲਿਫਾਫੇ ਦੇ ਵਿੱਚੋਂ ਨਿਕਲੀ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਕੱਲ੍ਹ ਕਹਿੰਦੇ ਨੇ ਕਿ ਸਾਡੇ 120 ਮੈਂਬਰ ਹੋ ਗਏ ਨੇ, ਸਾਡੀ ਪਾਰਟੀ ਜਿਹੜੀ ਆ ਧਾਮੀ ਸਾਹਿਬ ਜਿੱਤ ਚੁੱਕੇ। ਵੇਖੋ ਉਹ ਤਾਂ ਕਹਿਣ ਨੂੰ ਭਾਵੇਂ 120 ਛੱਡ ਕੇ ਤਾਂ ਭਾਵੇਂ ਹੋਰ ਵੀ 10-20 ਵਧਾ ਲਵੇ, ਕੋਈ ਹਰਜ ਨਹੀਂ। ਪਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਨੁਮਾਇੰਦੇ ਨੇ ਇਸ ਵੇਲੇ ਵਰਕਰ ਆਪਣੇ ਮੈਂਬਰ ਬੈਠੇ ਨੇ, ਇਸ ਵੋਟਿੰਗ ਕਰ ਰਹੇ ਨੇ,
ਉਹਨਾਂ ਦੀ ਸਥਿਤੀ ਜੇ ਵੇਖਿਆ ਜਾਵੇ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਕਾਰਗੁਜ਼ਾਰੀਆਂ ਦਾ ਬਹੁਤ ਹੀ ਔਖੇ ਨੇ। ਉਮੀਦ ਹੈ ਕਿ ਉਹ ਸਹੀ ਫੈਸਲਾ ਲੈਣਗੇ। ਉਹ ਗੁਰੂ ਮਹਾਰਾਜ ਅੱਗੇ ਮੈਂ ਇਹੀ ਬੇਨਤੀ ਕਰਦਾ ਆਇਆ ਕਿ ਗੁਰੂ ਸਾਹਿਬ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਤਾਕਤ ਬਖਸ਼ਣ, ਬਲ ਬਖਸ਼ਿਸ਼ ਕਰਨ ਤਾਂ ਕਿ ਉਹ ਆਪਣਾ ਸਹੀ ਰਸਤਾ ਉਹ ਨਿਕਾਲ ਸਕੇ, ਕਿਉਂਕਿ ਇਹ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ, ਪ੍ਰਧਾਨਗੀ ਦੀ ਚੋਣ ਨਹੀਂ ਕੇਵਲ, ਇਹ ਆਉਣ ਵਾਲੇ ਸਮੇਂ ਪੰਥ ਦੇ ਜਿਹੜੇ ਆਉਣ ਵਾਲੇ ਜਿਹੜੇ ਹੈ ਨਾ ਉਹ ਖਾਕਾ ਤਿਆਰ ਕਰਨਾ ਹੈ ਇਸੇ ਇਲੈਕਸ਼ਨ ਨੇ। ਔਰ ਉਮੀਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਵੱਡੀ ਤਬਦੀਲੀ ਆਉਣ ਵਾਲੇ ਸਮੇਂ ਵੇਖਣ ਨੂੰ ਚਾਹੀਦੀ। ਅਕਾਲੀ ਦਲ ਤੇ ਕਿਤੇ ਨਾ ਕਿਤੇ ਬੀਜੇਪੀ ਜਿਹੜੇ ਹੁੰਦੇ ਸੀ 9 ਮਾਸ ਦਾ ਰਿਸ਼ਤਾ ਸੀ, ਪਰ ਅੱਜ ਕੱਲ੍ਹ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਦਿੰਦੇ ਜਿਹੜੇ ਉਹ ਕਾਫੀ ਨਜ਼ਰ ਆ ਰਹੇ ਨੇ। ਵੇਖੋ ਬੀਜੇਪੀ ਵੱਲੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਗਈ। ਜੋ ਵੀ ਕੁਝ ਆ ਉਹਨਾਂ ਵੱਲੋਂ 9 ਮਾਸ ਦਾ ਜਾਂ ਪਤੀ ਪਤਨੀ ਦਾ ਰਿਸ਼ਤਾ ਕਿਹਾ ਜਾ ਰਿਹਾ ਨਾ ਕਿ ਬੀਜੇਪੀ ਕਰਾ ਰਹੀ ਹੈ, ਸਾਡੀ ਜਿਹੜੀ ਐਜੀਪੀਸੀ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ। ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਤੇ ਔਰ ਇਹ ਪ੍ਰਤੱਖ ਵੀ ਆ ਕਿ ਬੀਜੇਪੀ ਨੇ ਅੱਜ ਤੱਕ ਗੁਰਦੁਆਰਿਆਂ ਦੇ ਛੱਡੋ ਕਿਸੇ ਇੱਕ ਮੰਦਿਰ ਉੱਤੇ ਵੀ ਕਬਜ਼ਾ ਕੀਤਾ ਹੋਵੇ ਜਾਂ ਕਿਸੇ ਇੱਕ ਮੰਦਿਰ ਦੀ ਚੋਣ ਦੇ ਵਿੱਚ ਵੀ ਬੀਜੇਪੀ ਨੇ ਹਿੱਸਾ ਲਿਆ ਹੋਵੇ ਤੇ ਮੈਨੂੰ ਉਸ ਮੰਦਿਰ ਦਾ ਨਾਮ ਦੱਸ ਦੇਵੇ। ਦਲਜੀਤ ਸਿੰਘ ਲਾਲਪੁਰਾ ਜੀ, ਜੇ ਗੱਲ ਕਰੀਏ ਅੱਜ ਚੋਣ ਹੋ ਜਾ ਰਹੀ ਹੈ ਪ੍ਰਧਾਨ ਦੀ, ਕਿਵੇਂ ਵੇਖਦੇ ਹੋ ਕੌਣ ਜਿੱਤ ਸਕਦਾ, ਬੀਬੀ ਜਗੀਰ ਕੌਰ ਜਾਂ ਹਰਜਿੰਦਰ ਸਿੰਘ ਧਾਮੀ ਜਿੱਤ ਸਕਦੇ? ਜਿੱਤਣ ਦੀ ਤਾਂ ਕੋਈ ਗੱਲ ਨਹੀਂ ਗੀ। ਗੱਲ ਤਾਂ ਇਹ ਆ, ਅਸਲ ਜਿਹੜੀ ਜੋ ਇਹਨਾਂ ਨੇ ਬਾਦਲ ਪਰਿਵਾਰ ਨੇ ਕੀਤਾ ਆਇਆ ਲਿਫਾਫਾ ਕਲਚਰ ਸ਼ੁਰੂ ਕੀਤਾ ਆ, ਅੱਜ ਉਹਦੀ ਸਮਾਪਤੀ ਹੋਈ ਆ। ਸਿੱਖ ਕੌਮ ਨੂੰ ਬਹੁਤ ਵੱਡਾ ਜਿਹੜਾ ਇਹਦੇ ਨਾਲ ਹਾਮੀ ਮਿਲੀ ਆ ਵੀ ਅਗਾਂਹ ਤੋਂ ਇਲੈਕਸ਼ਨ ਹੋਊਗੀ, ਇਹ ਕੋਈ ਆਪਣਾ ਬੰਦਾ ਜਿਹੜਾ ਮਰਜ਼ੀ ਲਿਆ ਕੇ ਲਿਫਾਫੇ ਕੱਢ ਕੇ ਦੇ ਦਿੰਦੇ। ਜੇ ਧਾਮੀ ਸਾਹਿਬ ਜਿੱਤ ਜਾਂਦੇ ਆ ਫਿਰ ਲਿਫਾਫਾ ਕਲਚਰ ਕੀ ਤੁਹਾਨੂੰ ਲੱਗਦਾ ਕਿੱਥੇ ਚਲਾ ਗਿਆ? ਵੇਖੋ ਧਾਮੀ ਸਾਹਿਬ ਜਿੱਤਣ ਜਾਂ ਬੀਬੀ ਜਿੱਤਣ, ਜਿੱਤ ਤੇ ਕਿਸੇ ਇੱਕ ਨੇ ਜਿੱਤਣਾ, ਪਰ ਇਹ ਤੋਂ ਅੱਗੇ ਤੋਂ ਜਿਹੜੀ ਸਿੱਖ ਕੌਮ ਨੂੰ ਨਵਾਂ ਰਸਤਾ ਮਿਲਿਆ ਉਸ ਰਸਤੇ ਤੇ ਚੱਲਣਗੇ। ਜੋ ਇਲੈਕਸ਼ਨ ਆ ਅੱਗੇ ਤੋਂ ਇਲੈਕਸ਼ਨ ਹੋਊਗੀ। ਲਾਲਪੁਰਾ ਸਾਹਿਬ, ਜੇ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਬਿਲਕੁਲ ਪੰਜਾਬ ਦੇ ਵਿੱਚੋਂ ਸਫਾਇਆ ਹੋ ਗਿਆ, ਤੁਹਾਨੂੰ ਲੱਗਦਾ ਕਿ ਆ ਮੈਂਬਰ ਸਾਰੇ ਨੇ ਅਕਾਲੀ ਦਲ ਨੂੰ ਜਾਂ ਫਿਰ ਧਾਮੀ ਸਾਹਿਬ ਨੂੰ, ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਇਸ ਚੋਣਾਂ ਦੇ ਵਿੱਚ ਜਿਤਾ ਸਕਦੇ ਆ? ਵੇਖੋ ਇਹਦੇ ਵਿੱਚ ਤਾਂ ਹੁਣ ਜਿਹੜੇ ਐਸਜੀਪੀਸੀ ਮੈਂਬਰ ਨੇ ਨਾ ਉਹਨਾਂ ਦੀ ਇਲੈਕਸ਼ਨ ਆ, ਵਿਧਾਨ ਸਭਾ ਦਾ ਇਹਨਾਂ ਕੋਈ ਤਲਕ ਨਹੀਂਗਾ। ਜੋ ਇਹਨਾਂ ਨੇ ਕੀਤਾ ਉਹ ਵਿਧਾਨ ਸਭਾ ਦੇ ਵਿੱਚ ਇਹਨਾਂ ਵੱਢ ਲਿਆ, ਜੋ ਬੀਜਿਆ ਸੀਗਾ, ਜੋ ਇਹਨੇ ਗਲਤ ਕੰਮ ਕੀਤੇ 10 ਸਾਲ ਇਹਨਾਂ ਨੇ, ਜੋ ਸਿੱਖ ਪੰਜਾਬ ਦਾ ਸਿੱਖ ਕੌਮ ਦਾ ਹੁਣ ਵੀ ਨਾਸ ਕਰਨ ਰਹੇ ਨੇ। ਤੁਸੀਂ ਬੀਜੇਪੀ ਆਗੂ ਹੋ, ਬੀਜੇਪੀ ਤੇ ਆਰੋਪ ਲੱਗ ਰਹੇ ਨੇ ਕਿ ਬੀਜੇਪੀ ਜਿਹੜੀ ਹੈ ਐਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਤੁਹਾਨੂੰ ਲੱਗਦਾ ਕਿ ਸਿੱਖਾਂ ਦੀ ਸਰਮੋਦ ਜਥੀ ਤੇ ਬੀਜੇਪੀ ਕਬਜ਼ਾ ਕਰ ਸਕਦੀ ਹੈ? ਅੱਜ ਤੱਕ ਤਾਂ ਕਦੀ ਸੁਣਿਆ ਹੀ ਨਹੀਂਗਾ। ਇਹ ਬਾਦਲ ਸਾਹਿਬ ਵੀ ਕਹਿਣ ਨੇ, ਸੁਖਬੀਰ ਜੀ, ਉਹ ਜੋ ਕਿ ਮਰਜ਼ੀ ਕਹੀ ਜਾਣ, ਉਹਨਾਂ ਦੇ ਕਹਿਣ ਦਾ ਕੀ ਆ, ਹੈ ਕਿ ਨਹੀਂ? ਮੈਨੂੰ ਇੱਕ ਗੱਲ ਦੱਸੋ, ਉਹ ਗੱਲ ਪ੍ਰੋਫੈਸਰ ਸਾਹਿਬ ਨੇ ਕਹੀ ਆ, ਜਾਂ ਤਾਂ ਬੀਜੇਪੀ ਦੱਸੋ ਕਦੇ ਵੀ ਅੱਜ ਤੱਕ ਗੁਰਦੁਆਰਿਆਂ 'ਚ ਆਏ ਆ, ਉਹਨਾਂ ਦਾ ਕੋਈ ਬੰਦਾ ਵੀ ਆਇਆ, ਉਹਨਾਂ ਦਾ ਇੱਕ ਮੈਂਬਰ ਵੀ ਨਹੀਂ ਹੈਗਾ ਐਸਜੀਪੀਸੀ ਦਾ, ਉਹ ਕਿਸ ਤਰ੍ਹਾਂ ਗੁਰਦੁਆਰੇ ਤਾਂ ਦਖਲ ਦੇਣਗੇ? ਕੋਈ ਇਹਦੇ ਵਿੱਚ ਸਭ ਇਹ ਆਪਣੀਆਂ ਮਨਘੜਤ ਗੱਲਾਂ ਕਰਦੇ ਨੇ, ਆਪਣੇ ਪਾਪ ਲੁਕਾਉਂਦੇ ਨੇ ਨਾ। ਧੰਨਵਾਦ। ਇਹ ਸਨ ਪ੍ਰੋਫੈਸਰ ਸੁਸ਼ਾਂਤ ਦੇ ਅਤੇ ਦਲਜੀਤ ਸਿੰਘ ਲਾਲਪੁਰਾ, ਜਿਨ੍ਹਾਂ ਦੇ ਨਾਲ ਜੋ ਕੱਲ ਆਡੀਓ ਵਾਇਰਲ ਹੋ ਰਹੀ ਆ। ਪ੍ਰੋਫੈਸਰ ਸੁਸ਼ਾਂਤ ਹੋਣਾ ਦਾ ਕਹਿਣਾ ਹੈ ਕਿ ਇਹ ਜਿਹੜਾ ਫੋਨ ਕੀਤਾ ਗਿਆ ਸੀ ਸੁਰਜੀਤ ਸਿੰਘ ਭਿੱਟੇਵੜ ਵੱਲੋਂ, ਮੈਨੂੰ ਫੋਨ ਕੀਤਾ ਗਿਆ ਸੀ, ਜੋ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਜੇਪੀ ਤੇ ਇਲਜ਼ਾਮ ਲਗਾਏ ਜਾ ਰਹੇ ਕਿ ਬੀਜੇਪੀ ਕਿਤੇ ਨਾ ਕਿਤੇ ਕਬਜ਼ਾ ਕਰਨਾ ਚਾਹੁੰਦੀ ਹੈ, ਬਿਲਕੁਲ ਬੇਬੁਨਿਆਦ ਨੇ। ਹੋ ਸਕਦਾ ਕਿ ਬੀਬੀ ਜੀ ਦੀ ਇਸ ਦੇ ਵਿੱਚ ਵੱਡੀ ਜਿੱਤ ਹੋਵੇ।